ਤੇ ਅੱਜ ਦਾ ਜਿਹੜਾ ਸਾਡਾ ਇੱਥੇ ਆਉਣ ਦਾ ਮਕਸਦ ਜਿਹੜਾ ਹੈਗਾ ਜੀ ਕਿ ਲੋਕਾਂ ਨੂੰ ਬੈਂਕਾਂ ਦੀਆਂ ਜੋ ਸੁਵਿਧਾ ਮਿਲਦੀਆਂ ਆ ਉਹਨਾਂ ਦੇ ਬਾਰੇ ਜਾਗਰੂਕ ਕਰਨਾ, ਜਾਣਕਾਰੀ ਦੇਣਾ, ਠੀਕ ਹੈ। ਤੇ ਇਸ ਤੋਂ ਇਲਾਵਾ ਸਾਡਾ ਇੱਕ ਵਿੱਤੀ ਸਾਖਰਤਾ ਸਪਤਾਹ ਚੱਲ, ਕਿਸੇ ਨੂੰ ਕੋਈ ਬੈਂਕ ਦੀ ਕੋਈ ਦਿੱਕਤ ਪਰੇਸ਼ਾਨੀ ਹੋਵੇ ਉੱਥੇ ਉਹ ਵੀ ਅਸੀਂ ਸੁਣਦੇ ਹਾਂ। ਇਵਨ ਬੈਂਕ ਦੇ ਕਰਮਚਾਰੀ ਵੀ, ਜਿਵੇਂ ਮੈਨੇਜਰ ਸਾਹਿਬ ਇੱਥੇ ਆਏ ਆ ਤੇ ਸਾਡੇ ਤਰਨਤਾਰਨ ਤੋਂ ਲੀਡ ਮੈਨੇਜਰ ਜਿਹੜੇ ਹੈਗੇ ਆ ਜੋ ਸਾਰੇ ਆਪਣੇ ਡਿਸਟ੍ਰਿਕਟ ਨੂੰ ਦੇਖਦੇ ਆ, ਜ਼ਿਲ੍ਹੇ ਨੂੰ ਦੇਖਦੇ ਆ, ਸਰ ਆਏ ਆ ਤੇ ਉਹਨਾਂ ਦੀ ਟੀਮ ਤੇ ਅਸੀਂ ਸਾਰੇ ਇੱਥੇ ਪਹੁੰਚੇ ਹਾਂ ਤਾਂ ਜੋ ਲੋਕਾਂ ਨੂੰ ਕੀ ਬੈਂਕ ਤੋਂ ਪਰੇਸ਼ਾਨੀਆਂ ਹੈ ਜਾਂ ਫਿਰ ਬੈਂਕ ਦੀ ਕਿਹੜੀ ਸੁਵਿਧਾ ਹੈ ਜਿਹੜਾ ਜੀ ਉਹਨਾਂ ਨੂੰ ਜਾਣਕਾਰੀ ਨਹੀਂ ਹੈਗੀ ਅਸੀਂ ਦਵਾ ਸਕੀਏ, ਠੀਕ ਹੈ। ਤੇ ਹੁਣ ਜਿਵੇਂ ਕਿ ਸਾਡੇ ਇਸ ਵਰੀ ਦਾ ਮਤਲਬ ਇਸ ਸਾਲ ਦਾ ਜਿਹੜਾ ਸਾਡਾ ਆਉਣ ਦਾ ਜਿਹੜਾ ਮੇਨ ਮਕਸਦ ਸੀਗਾ ਕਿ ਜਿਹੜਾ ਬੈਂਕਾਂ ਦੇ ਵਿੱਚ ਵਾਰ-ਵਾਰ ਤੁਹਾਨੂੰ ਵੀ ਪਤਾ ਕਿਹਾ ਜਾ ਰਿਹਾ ਕਿ ਆਪਣਾ KYC ਕਰਵਾਓ, ਖਾਤਾ ਦੁਬਾਰਾ ਚਾਲੂ ਕਰਵਾਓ, ਹੈ ਨਾ, ਜਾਂ ਫਿਰ ਆਪਣਾ ਡੈਫ ਫੰਡ ਦਾ ਦੱਸਿਆ ਜਾ ਰਿਹਾ ਕਿ ਜਿਨ੍ਹਾਂ ਦੇ ਵੀ ਖਾਤੇ 10 ਸਾਲ ਤੋਂ ਬੰਦ ਹੋਏ ਪਏ ਆ ਉਹ ਆਪਣਾ ਪੈਸਾ ਦੁਬਾਰਾ ਕਲੇਮ ਕਰਵਾਓ। ਉਹਦੇ ਲਈ ਵੱਖ-ਵੱਖ ਬੈਂਕ ਜਿਹੜੀ ਆ ਪਿੰਡਾਂ ਵਿੱਚ ਲੋਕਾਂ ਨੂੰ ਦੱਸ ਵੀ ਰਹੀ ਹੈ ਤੇ ਸਾਡੀਆਂ ਟੀਮਾਂ ਵੀ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇ ਰਹੀ ਹੈ ਕਿ ਲੋਕਾਂ ਦਾ ਅਗਰ ਕਿਸੇ ਦਾ ਵੀ ਕਿਸੇ ਵੀਰ ਭਰਾ ਦਾ ਖਾਤਾ ਬੰਦ ਹੈ ਤੇ ਉਹ ਆਪਣਾ ਖਾਤਾ ਦੁਬਾਰਾ ਚਾਲੂ ਕਰਵਾ ਸਕਦਾ ਹੈ, ਠੀਕ ਹੈ। ਜੇ ਕਿਸੇ ਦਾ ਪੈਸਾ 10 ਸਾਲ ਤੋਂ ਪਿਆ ਆ, ਪਤਾ ਤੁਹਾਨੂੰ ਕਿ ਸਾਡੇ ਪਰਿਵਾਰ ਦੇ ਵਿੱਚ ਕਿਸੇ ਦਾ ਖਾਤਾ ਸੀਗਾ ਉਹ ਬੰਦ ਹੋ ਗਿਆ ਆ ਤੇ ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਆਪਣਾ ਖਾਤਾ ਦੁਬਾਰਾ ਜਿਹੜਾ ਪੈਸਾ ਜਿਹੜਾ ਕਲੇਮ ਕਰਵਾ ਲਓ, ਠੀਕ ਹੈ। ਇਸ ਤੋਂ ਨਾਲ ਮੈਂ ਹੁਣ ਸਰ ਨੂੰ ਕਹੂੰਗਾ ਕਿ ਥੋੜ੍ਹਾ ਜਿਹਾ ਲੋਕਾਂ ਨੂੰ ਐਡਰੈਸ ਕਰਨ, ਹੋਰ ਇਹਦੇ ਬਾਰੇ ਜਾਣਕਾਰੀ ਦਾ। ਜੇ ਤੁਹਾਨੂੰ ਸਾਰੇ ਲੋਕਾਂ ਨੂੰ ਜਾਣਕਾਰੀ ਹੋਵੇ, ਆਪਣਾ 2014-15 ਚ ਗਵਰਨਮੈਂਟ ਨੇ ਜਨਧਨ ਖਾਤੇ ਖੋਲ੍ਹੇ ਸੀਗੇ ਤੇ ਗਵਰਨਮੈਂਟ ਦੇ ਤੇ RBI ਦੇ ਅਸੂਲ ਇਹ ਕਹਿੰਦੇ ਆ ਵੀ ਹਰ 10 ਸਾਲ ਬਾਅਦ ਤੁਹਾਡੇ ਖਾਤਿਆਂ ਦਾ KYC ਹੋਣਾ ਚਾਹੀਦਾ। ਖਾਤੇ ਦੀ ਜਾਣਕਾਰੀ ਦੁਬਾਰਾ ਤੋਂ ਤੁਹਾਡੇ ਆਪਣਾ ਨੋਮੀਨੀਜ਼, ਐਡਰੈਸ, ਮੋਬਾਈਲ ਨੰਬਰ ਇਹ ਸਾਰੇ ਦੁਬਾਰਾ ਤੋਂ 10 ਸਾਲ ਬਾਅਦ ਅਪਡੇਟ ਹੋਣੇ ਚਾਹੀਦੇ ਹੈ। ਜੇ ਕਿਸੇ ਨੇ ਨਹੀਂ ਕਰਾਇਆ, ਜੇ ਕਿਸੇ ਨੇ ਵਿੱਚ ਕਰਾਇਆ ਫਿਰ ਤਾਂ ਠੀਕ ਹੈ। ਇਸੀ ਮੁਹਿੰਮ ਦੇ ਅੰਡਰ ਆਪਣਾ ਜੁਲਾਈ ਤੋਂ ਲੈ ਕੇ ਦਸੰਬਰ ਤੱਕ 6 ਮਹੀਨੇ ਦਾ ਗਵਰਨਮੈਂਟ ਦਾ ਇੱਕ ਕੈਂਪੇਨ ਵੀ ਚੱਲਿਆ ਸੀਗਾ ਜਿਸ 'ਚ ਹਰ ਗ੍ਰਾਮ ਪੰਚਾਇਤ ਲੈਵਲ ਤੇ ਕੈਂਪ ਲੱਗੇ ਸੀਗੇ। ਸਾਰੇ ਬੈਂਕਾਂ ਨੇ ਕੈਂਪ ਲਗਾਏ ਸੀਗੇ, ਜਿਨ੍ਹਾਂ ਦੀ KYC ਡਿਊ ਸੀ ਉਹ ਕਰਵਾਈ ਵੀ ਗਈ ਸੀ। ਤੇ ਹੁਣ ਇਹੀ ਆਪਣਾ ਜਿਹੜਾ ਹੈਗਾ ਕਿ ਇਹਨਾਂ ਦਾ ਜਿਹੜਾ ਫਾਈਨੈਂਸ਼ੀਅਲ ਲਿਟਰੇਸੀ ਵੀਕ ਹੈ, ਵਿੱਤੀ ਸਾਖਰਤਾ ਸਪਤਾਹ, ਐਤਕੀ ਉਹਦੀ ਵੀ ਥੀਮ ਇਹੀ ਰੱਖੀ ਗਈ ਹੈ ਵੀ KYC ਤੇ KYC, ਠੀਕ ਹੈ। KYC ਦਾ ਬੇਸਿਕ ਪਰਪਸ ਕੀ ਹੈ? ਤੁਸੀਂ ਅੱਜ ਉਰੇ ਬੈਠੇ ਹੋ, ਤੁਸੀਂ ਆਪਣਾ ਬੈਂਕ 'ਚ ਖਾਤਾ ਖੁਲਾਉਂਦੇ ਹੋ, ਸਰ ਕੋਲੇ ਖੁਲਾਇਆ ਜਾਂ ਕਿਸੇ ਵੀ ਬੈਂਕ 'ਚ ਤੁਸੀਂ ਖਾਤਾ ਖੁਲਾਉਂਦੇ ਹੋ, ਤੁਸੀਂ ਆਪਣਾ ਇੱਕ ਮੋਬਾਈਲ ਨੰਬਰ ਦਿੰਦੇ ਹੋ, ਇੱਕ ਆਪਣਾ ਐਡਰੈਸ ਦਿੰਦੇ ਹੋ, ਠੀਕ ਹੈ। ਆਪਣਾ ਨੋਮੀਨੀ ਦੀ ਡਿਟੇਲ ਪਵਾਉਂਦੇ ਹੋ। 4 ਸਾਲ 5 ਸਾਲ 6 ਸਾਲ ਬੀਤ ਗਏ, ਕਿਸੇ ਬੰਦੇ ਨੂੰ ਉਰੋਂ ਜਾਣਾ ਪੈ ਜਾਂਦਾ ਜਾਂ ਕਿਸੇ ਬੰਦੇ ਨੂੰ ਕਿਸੇ ਕਾਰਨ ਵਰਸ਼ ਆਪਣਾ ਮੋਬਾਈਲ ਨੰਬਰ ਚੇਂਜ ਕਰਨਾ ਪੈ ਜਾਂਦਾ। ਆਪਾਂ ਸਾਰਿਆਂ ਨਾਲੋਂ ਪਹਿਲਾਂ ਕੀ ਕਰਦੇ ਹਾਂ, ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਦੱਸ ਦਿੰਦੇ ਹਾਂ ਵੀ ਭਾਈ ਮੇਰਾ ਮੋਬਾਈਲ ਨੰਬਰ ਇਹ ਹੈ, ਮੇਰਾ ਐਡਰੈਸ ਇਹ ਹੋ ਗਿਆ। ਆਪਾਂ ਹਰ ਚੀਜ਼ ਕਰ ਲੈਂਦੇ ਹਾਂ, ਲੇਕਿਨ ਕਈ ਲੋਕ ਆਪਣਾ ਭੁੱਲ ਜਾਂਦੇ ਆ ਵੀ ਆਪਾਂ ਨੇ ਇਹ ਜਿਹੜੀ ਡਿਟੇਲ ਹੈ ਇਹ ਆਪਾਂ ਨੂੰ ਬੈਂਕ ਦੇ ਆਪਣੇ ਖਾਤੇ 'ਚ ਵੀ ਅਪਡੇਟ ਕਰਾਉਣੀ ਬਹੁਤ ਜ਼ਰੂਰੀ ਹੈ। ਉਹ ਕਿਉਂ ਜ਼ਰੂਰੀ ਹੈ? ਤੁਹਾਡਾ ਖਾਤਾ ਚੱਲ ਰਿਹਾ ਹੈ, ਤੁਸੀਂ ਮੋਬਾਈਲ ਨੰਬਰ ਅਪਡੇਟ ਨਹੀਂ ਕਰਾਇਆ, ਤੁਹਾਡੇ ਬੈਂਕ ਖਾਤੇ 'ਚ ਕੋਈ ਫਰਾਡ ਹੋ ਗਿਆ, ਉਹ ਤੁਹਾਡੇ ਪੁਰਾਣੇ ਮੋਬਾਈਲ ਨੰਬਰ ਤੇ ਹੀ ਉਹਦਾ ਮੈਸੇਜ ਜਾਊਗਾ, ਤੁਹਾਨੂੰ ਪਹੁੰਚੂਗਾ ਨਹੀਂ, ਤੁਹਾਨੂੰ ਪਤਾ ਨਹੀਂ ਚੱਲੇਗਾ। ਕਿਸੇ ਨੇ ਚੈੱਕਬੁੱਕ ਅਪਲਾਈ ਕਰਨੀ ਸੀਗੀ, ਉਹਨੇ ਬੈਂਕ 'ਚ ਕਹਿਤਾ ਜੀ ਮੇਰੀ ਚੈੱਕਬੁੱਕ ਅਪਲਾਈ ਕਰ ਦਿਓ, ਬੈਂਕ ਨੇ ਵੀ ਚੈੱਕਬੁੱਕ ਅਪਲਾਈ ਕਰਤੀ, ਤੁਸੀਂ ਉੱਥੇ ਆਪਣਾ ਐਡਰੈਸ ਚੇਂਜ ਨਹੀਂ ਕਰਾਇਆ, ਉਹ ਪੁਰਾਣੇ ਖਾਤੇ 'ਤੇ ਜਿਹੜਾ ਐਡਰੈਸ ਸੀਗਾ ਉਹੀ ਉਸੇ ਐਡਰੈਸ 'ਤੇ ਤੁਹਾਡੀ ਚੈੱਕਬੁੱਕ ਚਲੀ, ਠੀਕ ਹੈ। ਜਾਂ ਕਈ ਲੋਕ ਕੀ ਕਰਦੇ, ਜਿਹੜੇ ਖਾਤੇ ਆਪਣੇ ਨਹੀਂ ਚੱਲ ਰਹੇ, 10 ਸਾਲ ਦੇ ਹੋ ਗਏ, ਉਹਨਾਂ ਦਾ ਕੋਈ ਅਤਾ ਪਤਾ ਨਹੀਂ, ਬੈਂਕ ਵੀ ਨਹੀਂ ਉਹਨਾਂ ਨੂੰ ਟਰੇਸ ਕਰ ਪਾ ਰਿਹਾ, ਤੇ ਉਹ ਖਾਤੇ ਅਨਕਲੇਮ ਡਿਪੋਜ਼ਿਟ 'ਚ ਕਨਵਰਟ ਹੋ ਕੇ ਸਾਰਾ ਪੈਸਾ RBI ਨੂੰ ਚਲਾ ਜਾਂਦਾ। RBI ਤੇ ਗਵਰਨਮੈਂਟ ਦਾ ਇੱਕ ਫੰਡ ਬਣਿਆ ਹੋਇਆ ਡੈਫ ਫੰਡ, ਉਹ ਸਾਰਾ ਪੈਸਾ ਚਲਾ ਜਾਂਦਾ। ਅੱਜ ਦੀ ਡੇਟ 'ਚ ਜੇ ਆਪਾਂ ਗੱਲ ਕਰੀਏ ਤਾਂ 1 ਲੱਖ ਕਰੋੜ ਰੁਪਏ ਐਸਾ ਹੈ ਜਿਹੜਾ ਅਨਕਲੇਮਡ ਪਿਆ ਲੋਕਾਂ ਦਾ, ਠੀਕ ਹੈ। ਉਹਦੇ ਲਈ ਵੀ ਹੁਣ ਅੱਜ ਕੱਲ੍ਹ ਆਪਣਾ ਬੈਂਕ ਸਾਰੇ ਕੈਂਪ ਲਗਾ ਰਹੇ ਅਨਕਲੇਮ ਡਿਪੋਜ਼ਿਟ ਦੇ। ਇੱਕ ਉਦਗਮ ਪੋਰਟਲ ਕਰਕੇ ਹੈ, ਤੁਸੀਂ ਉਹ 'ਚ ਆਪਣਾ ਚੈੱਕ ਕਰੋ ਵੀ ਜੇ ਤੁਹਾਡਾ ਕੋਈ ਪੁਰਾਣਾ ਖਾਤਾ ਸੀਗਾ ਉਹਦੀ ਕੋਈ ਤੁਹਾਨੂੰ ਡਿਟੇਲ ਮਿਲ ਜਾਂਦੀ ਹੈ ਉਦਗਮ ਪੋਰਟਲ 'ਤੇ, ਤਾਂ ਤੁਸੀਂ ਉਹ ਡਿਟੇਲ ਲੈ ਕੇ ਆਪਣੇ ਬੈਂਕ 'ਚ ਜਾਓ ਵੀ ਆਹ ਮੇਰਾ ਖਾਤਾ ਸੀਗਾ ਜਿਹੜਾ ਇੰਨੇ ਸਾਲ ਪਹਿਲਾਂ ਆਪਣਾ ਇਨਓਪਰੇਟਿਵ ਹੋ ਗਿਆ ਸੀਗਾ, ਇਹ 'ਚ ਇੰਨੇ ਪੈਸੇ ਪਏ ਹੈ, ਤਾਂ ਉਹ ਬੈਂਕ ਦੀ ਜ਼ਿੰਮੇਵਾਰੀ ਹੈ ਵੀ ਉਹ ਪੈਸਾ ਤੁਹਾਨੂੰ ਸਾਰਾ ਵਾਪਿਸ ਕਰੇਗਾ, ਠੀਕ ਹੈ। ਤਾਂ ਹੀ ਅਸੀਂ ਕਹਿੰਦੇ ਹਾਂ ਵੀ ਆਪਣੇ ਖਾਤੇ 'ਚ ਨੋਮੀਨੀ ਵੀ ਅਪਡੇਟ ਕਰਾਓ, ਕਿਉਂਕਿ ਜੇ ਖੁਦਾ ਨਾ ਖਾਸਤਾ ਕਿਸੇ ਨੂੰ ਕੁਝ ਹੋ ਜਾਂਦਾ ਹੈ ਤਾਂ ਜਿਹੜਾ ਪੈਸਾ ਹੈ ਉਹ ਸਾਰਾ ਉਹਦਾ ਨੋਮੀਨੀ ਨੂੰ ਟ੍ਰਾਂਸਫਰ ਹੋ ਜਾਏਗਾ। ਤਾਂ ਮੇਨ ਜਿਹੜੇ ਕੈਂਪ ਹੈ, ਜਿੰਨੇ ਵੀ ਕੈਂਪ ਲੱਗ ਰਹੇ ਹੈ, ਇਹ ਕੈਂਪ ਦਾ ਮੇਨ ਪਰਪਸ ਇਹੀ ਹੈ ਵੀ ਪਬਲਿਕ ਨੂੰ ਅਵੇਅਰ ਕੀਤਾ ਜਾਵੇ। ਇੱਕ ਤਾਂ ਆਪਣੇ ਖਾਤੇ ਦੀ KYC, KYC ਤੇ ਸਪੈਸ਼ਲੀ ਨੋਮੀਨੇਸ਼ਨ, ਇਹ ਚੀਜ਼ਾਂ ਨੂੰ ਟਾਈਮ ਟੂ ਟਾਈਮ ਆਪਣਾ ਅਪਡੇਟ ਕਰੋ, ਠੀਕ ਹੈ। ਤੇ ਹੋਰ ਕਿਸੇ ਨੂੰ ਕੋਈ ਵੀ ਬੈਂਕ ਤੋਂ ਲੈ ਕੇ ਸ਼ਿਕਾਇਤ ਹੈਗੀ ਹੈ ਤਾਂ ਆਪਣੇ LDM ਸਰ ਉਰੇ ਹੈਗੇ ਹੈ, ਗਿਆਨਿੰਦਰ ਸਰ, ਇਹ ਪੂਰੀ ਡਿਸਟ੍ਰਿਕਟ ਦਾ ਇਹੀ ਮੈਨੇਜ ਕਰਦੇ ਹੈ। ਕਿਸੇ ਵੀ ਬੈਂਕ ਨਾਲ ਹੋਵੇ, ਇਹ ਨਾ ਸੋਚੋ ਵੀ ਗਿਆਨਿੰਦਰ ਸਰ ਜਿਹੜੇ ਹੈਗੇ PNB ਦੇ ਹੈ,
ਕਿਸੇ ਵੀ ਬੰਦੇ ਦਾ ਕਿਸੇ ਵੀ ਬੈਂਕ 'ਚ ਖਾਤਾ ਹੈ ਤੇ ਉਹਨੂੰ ਕਿਸੇ ਵੀ ਬੈਂਕ ਤੋਂ ਕੋਈ ਦਿੱਕਤ ਹੈ, ਉਹ ਇਮੀਡੀਏਟਲੀ ਸਰ ਨੂੰ ਆਪਣਾ ਦੱਸਣ। ਇਹ ਆਪਣਾ ਸਾਰੇ ਬੈਂਕ ਦੇ ਨੋਡਲ ਪੁਆਇੰਟ ਇਹੀ ਹੈ। ਇਹ ਆਪਣਾ ਬੈਂਕ ਨਾਲ ਡਿਸਕਸ ਕਰਕੇ ਤੁਹਾਡਾ ਇਸ਼ੂ ਹੈ ਜਿਹੜਾ ਇਮੀਡੀਏਟਲੀ ਰਿਜ਼ੋਲਵ ਕੀਤਾ ਜਾਏਗਾ। ਜਿੰਨੇ ਵੀ ਉਰੇ ਬੈਠੇ ਹੈ, ਕਿਸੇ ਨੂੰ ਕੋਈ ਦਿੱਕਤ ਹੈਗੀ ਤਾਂ ਦੱਸੋ ਨਹੀਂ ਕਿ ਸਰ ਸਾਡਾ ਇਸ ਬੈਂਕ 'ਚ ਖਾਤਾ ਹੈ ਤੇ ਸਾਨੂੰ ਇਹ ਬੈਂਕ ਤੋਂ ਦਿੱਕਤ ਆਉਂਦੀ ਹੈ, ਕਿਸੇ ਨੂੰ ਹੈਗੀ ਹੈ ਤਾਂ ਪਲੀਜ਼ ਦੱਸੋ। चाइल्ड के लिए है, जितनी भी मतलब अपनी 18 साल से नीचे की बच्चियां हैं तो उसके लिए भारत सरकार ने ये स्कीम लॉन्च करी है। इसलिए स्कीम का सबसे अच्छा बेनिफिट ये है कि इससे ज़्यादा ब्याज किसी और स्कीम में आते ही नहीं है, ना तो बैंक की, ना प्राइवेट इंस्टीट्यूशन की, ना एफआईज की। ये ना स्कीम सबसे ज़्यादा आपको ब्याज देती है और ये स्पेशली सिर्फ गर्ल चाइल्ड के लिए ही बनी है। इसमें क्या होता है कि आपकी लो बैटरी चार्ज, इस वाली स्कीम में क्या होता है कि जैसे है ना बच्ची जैसे ही पैदा हुई उसके साथ ही आप उसका अकाउंट में खाता खोल दो बैंक में, किस नाम से, सुकन्या समृद्धि के नाम से। 250 रुपये से लेके फिर आप जितना उसकी मल्टीपल में चाहो आप जमा कर सकते हो और हर साल कर सकते हो। उसमें पैसा कब निकलता है? पैसा दो चीज़ों में निकलता है, एक वो 21 साल हो जाएंगे तब, और दूसरा होता है मतलब 21 साल अकाउंट को हो जाएंगे तब, मतलब बच्ची को जाएंगी वो नहीं। जैसे सपोज करो पैदा होते ही खुलवाया तब तो 21 पे हो जाएगा। अब आपने 10 साल की बच्ची का खुलवाया, 10 साल तक रहता है वो, तो फिर वो जाके मिलेगा 28 पे, वैसे करके 29 पे। तो बट दो तरीके और हैं जिसमें आपको हाफ फंड रिलीज होता है। वो कौन कौन से होते हैं? पहला होता है बच्ची की शादी। बच्ची की अगर शादी अपन करते हैं तो इसमें से आधा पैसा अपन निकाल सकते हैं। और दूसरा होता है उसकी हायर एजुकेशन, उसको अपन काफ़ी पढ़ाना लिखाना चाहते हैं, MBA, डॉक्टर और इंजीनियर बनाना चाहते हैं, तब भी हम आधा पैसा निकाल सकते हैं। बाकी बचा हुआ जो आधा पैसा है वो आपको पूरा सुरक्षित भारत सरकार के पास ही रहता है, और भारत सरकार उसको जैसे 21 साल पूरे हो जाते हैं वो फिर आपको उस बच्ची के अकाउंट में डाल देती है। और अभी जैसे प्रेजेंट में अभी 8.3% चला, 8.3, जबकि आप अगर बैंक में अभी जाओगे तो 7.2 ये मैक्सिमम है, इससे ज़्यादा का आपको ब्याज नहीं मिलता। तो इससे अगर है ना आपके पास, और दो ही गर्ल चाइल्ड के लिए होता है, पहली और दूसरी, तीसरी गर्ल चाइल्ड के लिए नहीं है ये। तो अगर आपकी है ना लड़की होती है, लड़की है आपकी, तो उसका ये अकाउंट जरूर खुलवाएं, इससे बेहतर और बच्चियों के लिए और कोई उपहार नहीं है। हाँ जी सर, की नाम जी अपना? हाँ जी, सत श्री अकाल जी। मैं LDM तरनतारन जाने मजदूर बोलते हैं। मैं आगे इसके आगे देखिए ये जो हमारा लग रहा है, ये हमने फाइनेंशियल लिटरेसी का कैंप लगाया है। ये जो वीक है 9 तारीख से लेकर 13 तारीख तक, ये RBI फाइनेंशियल लिटरेसी के लिए बनाती है। फाइनेंशियल लिटरेसी मीन्स जो भी अपनी है ना गांव है, रूरल एरिया है, सेमी अर्बन एरिया है, वहाँ पर जो पब्लिक है उसको बैंकिंग से, बैंकिंग के प्रोडक्ट से, बैंकिंग की स्कीम से, रूल्स रेगुलेशन से उनसे अवगत कराना। मीन्स जितनी भी तरह की है ना फाइनेंशियल प्रोडक्ट होते हैं, लाइक जैसे चाहे वो लोन से रिलेटेड हो, चाहे वो सेविंग अकाउंट से रिलेटेड हो, और बैंक की जो भी सुविधाएँ होती हैं वो आम जनता तक पहुँचाना। बेसिकली इस बार जो हमारी थीम है RBI की वो है KYC एंड री-KYC। KYC मतलब जैसे किसी का अकाउंट अगर उसने खुलवाने के बाद 3 साल हो गए, 4 साल हो गए, 5 साल हो गए, कई बार उसमें मोबाइल नंबर या एड्रेस वो डिटेल गलत होती है या बदल गई होती है, या बंदा बाहर चला गया होता है, उसने मोबाइल नंबर चेंज कर लिया होता है, तो बैंक RBI के इंस्ट्रक्शन के हिसाब से इस तरह से रखता है कि हर 3 साल से 5 साल में वो अपने आधार कार्ड, पैन कार्ड और अपनी बेसिक डिटेल दोबारा से सबमिट करें। तो इन डिटेल को सबमिट करने का बेनिफिट क्या होता है कि जो भी उस समय बैंक की स्कीम्स आई हैं, बैंक से रिलेटेड जो भी ट्रांजेक्शन से रिलेटेड और कोई इन्फॉर्मेशन है वो बैंक को उस तक पहुंचानी है, तो बैंक को उसके पास पहुंचाने में आसानी होती है, और उसको भी टाइम ऑन टाइम बेसिस पे अपने खाते से जुड़ी हुई और इसके अलावा बैंक से जुड़ी हुई सारी बातों की जानकारी मिलती रहती है। इसलिए ये है ना पखवाड़ा KYC और KYC के लिए बनाया जा रहा है। हमारी आप सबसे है ना अनुरोध है, विनती है कि जिनके अकाउंटों को 3 से 5 साल हो रहे हैं उनको मैसेज आए होंगे, इन्फॉर्मेशन आई होगी, रिक्वेस्ट आई होगी कि बैंकों में आके अपने KYC के डॉक्यूमेंट सबमिट करें, तो वो बैना ब्रांचों में जाएं, ब्रांचों में जाके अपने खातों में अपनी KYC यानी आधार कार्ड, पैन कार्ड की लेटेस्ट डिटेल अपडेट कराएं और अपनी है ना सारी है ना बैंकिंग सुविधाओं का, मूलभूत सुविधाओं का फ़ायदा उठाएं। धन्यवाद।